किताब ते सिख भी निकलिया गया। लेखक कुलबीर सिंह कौड़ा। भाग 13वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। सिख संगत के भेडां। पंजाब जिहड़ी गुरुआं पीरां दी धरती सी, अज उत्थे ना ही कोई सिख है ते ना ही सिੱਖੀ। जां तां गुरद्वारे ही गुरद्वारे हन ते हर छोटे मोटे पिंड विच भी 3-3 4-4 गुरद्वारे हन ते जां पखंडी साध हन ते जां फिर ਕੰਨ ਰਸ ਦੀ ਮਾਰੀ ਹੋਈ ਪਖੰਡੀ ਸਾਧ ਸੰਗਤ ਹੈ, ਜਿਸ ਦਾ ਸਿੱਖੀ ਨਾਲ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਰਿਹਾ। ਜੇ ਕੁਝ ਸਿੱਖੀ ਦਰਦ ਵਾਲੇ ਹਨ ਵੀ ਤਾਂ ਉਹਨਾਂ ਦੀ ਨਾ ਕਾਰਖਾਨੇ ਵਿੱਚ ਤੂਤੀ ਵਰਗੀ ਹਾਲਤ ਹੈ। ਜੇ ਸਿੱਖੀ ਹੁੰਦੀ ਤਾਂ ਪੂਰੇ ਪਿੰਡ ਦੇ ਸਾਹਮਣੇ ਕਿਸੇ ਨਿਰਦੋਸ਼ ਬੱਚੇ ਨੂੰ ਉਸਦੇ ਮਾਤਾ ਪਿਤਾ ਤੇ ਭੈਣਾਂ ਭਰਾਵਾਂ ਦੇ ਸਾਹਮਣੇ ਵਿਲਕਦਿਆਂ ਕੋਲੋਂ ਪੁਲਿਸ ਦੇ ਬੁੱਚੜ ਅਫਸਰ ਚੁੱਕ ਕੇ ਨਾ ਲੈ ਜਾਂਦੇ। ਹੱਦ ਹੋ ਗਈ, ਕੋਈ ਸਿੱਖ ਕੁਸਕਿਆ ਤੱਕ ਨਹੀਂ। ਗੁਰੂ ਨਾਨਕ ਮਿਸ਼ਨ ਚੌਂਕ ਜਲੰਧਰ ਦੇ ਗੁਰਦੁਆਰੇ ਵਿੱਚ ਸਵੇਰੇ ਪੌਣੇ 8 ਵਜੇ ਭੋਗ ਪਿਆ, ਅਰਦਾਸ ਹੋਈ, ਪ੍ਰਸ਼ਾਦ ਵਰਤਾਇਆ ਗਿਆ। ਹੱਥਾਂ ਵਿੱਚ ਪ੍ਰਸ਼ਾਦ ਸਾਂਭਿਆ। ਸੰਗਤ ਨਹੀਂ ਭੇਡਾਂ ਦਾ ਇੱਜੜ ਗੁਰਦੁਆਰਿਓਂ ਬਾਹਰ ਨਿਕਲਿਆ ਤਾਂ ਉਦੋਂ ਹੀ ਪੁਲਿਸ ਨੇ 19-20 ਸਾਲ ਦੇ ਇੱਕ ਸਿੱਖ ਨੌਜਵਾਨ ਦੀ ਹਿੱਕ ਵਿੱਚ ਗੋਲੀਆਂ ਮਾਰੀਆਂ। ਨੌਜਵਾਨ ਸੜਕ ਵਿੱਚ ਡਿੱਗਿਆ, ਤੜਫਦਾ ਰਿਹਾ। ਸਾਰੀਆਂ ਭੇਡਾਂ ਉਹਦੇ ਵੱਲ ਵੇਂਦੀਆਂ ਕੋਲੋਂ ਲੰਘ ਕੇ ਘਰਾਂ ਨੂੰ ਚਲੀਆਂ ਗਈਆਂ। ਉਹਨਾਂ ਵਿੱਚ 80-80 ਸਾਲ ਦੇ ਬੁੱਢੇ ਭੇਡੂ ਵੀ ਸਨ ਤੇ ਇੰਨੀ ਉਮਰ ਦੀਆਂ ਬੁੱਢੀਆਂ ਭੇਡਾਂ ਵੀ ਸਨ। ਜੇ ਉਹ ਭੇਡਾਂ ਹੌਸਲਾ ਕਰਕੇ ਉਸ ਤੜਫਦੇ ਨੌਜਵਾਨ ਕੋਲ ਜਾਂਦੀਆਂ, ਉਸ ਮਰਦੇ ਦੇ ਮੂੰਹ ਵਿੱਚ ਪਾਣੀ ਪਾਉਂਦੀਆਂ, ਤਾਂ ਕਿਸੇ ਪੁਲਿਸ ਵਾਲੇ ਦੀ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਹੁੰਦੀ। ਉਹ ਭੇਡਾਂ ਇਸ ਤੋਂ ਥੋੜਾ ਹੋਰ ਅੱਗੇ ਜਾ ਸਕਦੀਆਂ ਸਨ। ਪੁਲਿਸ ਵਾਲਿਆਂ ਨੂੰ ਵੀ ਪੁੱਛ ਸਕਦੀਆਂ ਸਨ, ਇਸ ਨੂੰ ਕਿਉਂ ਮਾਰਿਆ ਜੀ? ਬੁੱਢੀਆਂ ਭੇਡਾਂ ਦੇ ਨਾਲ ਅੱਧ ਖੜ ਉਮਰ ਦੀਆਂ ਭੇਡਾਂ ਹੋਰ ਹਿੰਮਤ ਕਰਦੀਆਂ ਤਾਂ ਸੜਕ ਵਿੱਚ ਚੌਂਕੜਾ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾਮ ਲਾ ਸਕਦੀਆਂ ਸਨ। ਜੇ ਇਸ ਤਰ੍ਹਾਂ ਦਾ ਇੱਕ ਇਕੱਠ ਵੀ ਸ਼ਹਿਰ ਦੇ ਐਨ ਵਿਚਕਾਰ ਇਸ ਚੁਰਾਹੇ ਵਿੱਚ ਹੋ ਜਾਂਦਾ ਤਾਂ ਜਿੱਥੇ ਜ਼ੁਲਮ ਕਰਨ ਵਾਲਿਆਂ ਦਾ ਹੌਸਲਾ ਢਹਿੰਦਾ, ਉੱਥੇ ਮਜ਼ਲੂਮਾਂ ਦਾ ਹੌਸਲਾ ਵੱਧਦਾ। ਕਿਸੇ ਬਦੋਸ਼ੇ ਨੂੰ ਮਾਰ ਦੇਣਾ, ਉਹ ਵੀ ਨਿਹੱਥੇ ਨੂੰ। ਜੇ ਸਿੱਖ ਸੰਗਤਾਂ ਇਹੋ ਜਿਹੀਆਂ ਘਟਨਾਵਾਂ ਦਾ ਵੀ ਨੋਟਿਸ ਨਹੀਂ ਲੈਂਦੀਆਂ ਜਿੱਥੇ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੋਵੇ, ਤਾਂ ਫਿਰ ਇਹ ਪਖੰਡੀ ਸਾਧ ਸੰਗਤ ਕੰਨ ਰਸਤੀ ਮਾਰੀ ਹੋਈ ਹੀ ਗੁਰਦੁਆਰੇ ਜਾਂਦੀ ਹੈ। ਇਹ ਸੰਗਤ ਨਹੀਂ, ਇਹ ਭੇਡਾਂ ਦਾ ਇੱਜੜ ਹੈ। ਜੇ ਇਸ ਭੇਡਾਂ ਦੇ ਇੱਜੜ ਨੇ ਇਸ ਘਟਨਾ ਨੂੰ ਸਿੱਖਾਂ ਦੀ ਨਸਲਕੁਸ਼ੀ ਦੇ ਤੌਰ ਤੇ ਨਹੀਂ ਸੀ ਲੈਣਾ ਤਾਂ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਤਾਂ ਲੈ ਹੀ ਸਕਦੇ ਸਨ। ਇਹ ਕਿੱਥੇ ਲਿਖਿਆ ਹੋਇਆ ਹੈ ਕਿ ਇੱਕ ਨਿਹੱਥੇ ਬੰਦੇ ਨੂੰ ਪੁਲਿਸ ਫੜ ਕੇ ਗ੍ਰਿਫਤਾਰ ਕਰਨ ਦੀ ਥਾਂ ਗੋਲੀ ਮਾਰ ਕੇ ਹੀ ਮਾਰ ਦੇਵੇ? ਇੱਕ ਬੜੇ ਮਸ਼ਹੂਰ ਤੇ ਬਜ਼ੁਰਗ ਵਕੀਲ ਵੀ ਉੱਥੇ ਸਨ, ਪਰ ਉਹ ਵੀ ਇਹ ਸਭ ਕੁਝ ਆਪਣੀ ਅੱਖੀਂ ਵੇਖ ਕੇ ਕੇਸਲ ਵੱਟ ਕੇ ਚੁੱਪਚਾਪ ਆਪਣੇ ਘਰੇ ਚਲੇ ਗਏ। ਉਹਨਾਂ ਦਾ ਘਰ ਬਿਲਕੁਲ ਕੁਝ ਕਦਮਾਂ ਦੇ ਫਾਸਲੇ ਤੇ ਹੀ ਹੈ। ਕੁਦਰਤ ਦਾ ਕ੍ਰਿਸ਼ਮਾ ਦੇਖੋ। ਉਦੋਂ ਤਾਂ ਉਹਨਾਂ ਆਪਣੀ ਜਾਨ ਪਿਆਰੀ ਕਰ ਲਈ, ਪਰ 3 ਸਾਲ ਬਾਅਦ ਐਨ ਉਸੇ ਹੀ ਸਥਾਨ ਤੇ ਉਸੇ ਹੀ ਗੁਰਦੁਆਰਿਓਂ ਆਉਂਦਿਆਂ ਉਹ ਇੱਕ ਬੱਸ ਥੱਲੇ ਆ ਕੇ ਕੁਚਲੇ ਗਏ। ਜੇ ਉਹ ਕਦੇ ਉਸ ਦਿਨ ਜ਼ੁਲਮ ਵਿਰੁੱਧ ਬੋਲਣ ਦਾ ਹਿਆ ਕਰ ਲੈਂਦੇ ਤਾਂ ਅੱਜ ਸਿੱਖ ਜਗਤ ਵਿੱਚ ਉਹਨਾਂ ਦਾ ਅਥਾਹ ਸਤਿਕਾਰ ਹੁੰਦਾ। ਇੱਧਰ ਸ਼ਾਮ ਦੀਆਂ ਐਰਾਂ ਰੈਲਾਂ ਰਲਣ ਲੱਗ ਪੈਂਦੀਆਂ। ਛਾਪੇ ਮਾਰ ਕੇ ਫੜੇ ਹੋਏ ਸਿੰਘਾਂ ਤੇ ਸਿੰਘਣੀਆਂ ਨੂੰ ਥਾਣੇ ਅੰਦਰ ਪੁੱਛਗਿੱਛ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਉਧਰ ਗੁਰਦੁਆਰੇ ਦੇ ਲਾਊਡ ਸਪੀਕਰ ਦੀ ਆਵਾਜ਼ ਗੂੰਜਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਪਾਠ ਸ਼ੁਰੂ ਹੋ ਜਾਂਦਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਧਰ ਸਿੰਘਾਂ ਦੀਆਂ ਲੱਤਾਂ 2 ਸਿਪਾਹੀਆਂ ਨੇ ਦੋਹਾਂ ਪਾਸਿਆਂ ਤੋਂ ਫੜੀਆਂ ਹੁੰਦੀਆਂ ਤੇ ਉਹਦੀਆਂ ਚਾਂਗਰਾਂ ਨਿਕਲਦੀਆਂ। ਦੂਜੇ ਪਾਸੇ ਭਾਈ ਅੜਿੰਗ ਕੇ ਪਾਠ ਕਰਨ ਵਿੱਚ ਮਗਨ ਹੁੰਦੇ। ਇੱਕ ਐਸਾ ਮਾਹੌਲ ਸੀ ਜਿੱਥੇ ਜ਼ੁਲਮ ਤੇ ਭਗਤੀ ਇਕੱਠੀ ਚੱਲ ਰਹੀ ਸੀ। ਜ਼ੁਲਮ ਸਹਿਣ ਵਾਲੇ ਕੌਣ ਸਨ ਤੇ ਭਗਤੀ ਦੇ ਸ਼ੌਕੀਨ ਕੌਣ? ਚਾਹੀਦਾ ਤਾਂ ਇਹ ਸੀ ਕਿ ਘੋੜਾ ਤੇ ਸਵਾਰ ਇੱਕ ਹੋ ਜਾਣ ਵਾਂਗ ਪੂਰੀ ਕੌਮ ਇੱਕ ਹੋ ਕੇ ਸੋਚਦੀ, ਪਰ ਇੱਥੇ ਤਾਂ ਸੋਚਿਆ ਹੀ ਹੋਰ ਤਰ੍ਹਾਂ ਗਿਆ। ਚੱਡੇ ਪੜਵਾਉਣ ਵਾਲੇ ਚੱਡੇ ਪੜਵਾਈ ਜਾਂਦੇ ਸਨ ਤੇ ਗੀਤ ਸੰਗੀਤ ਦੇ ਸ਼ੌਕੀਨ ਗੀਤ ਗਾਈ ਜਾਂਦੇ ਸਨ। ਕਿ ਸਿੱਖ ਧਰਮ ਗੀਤ ਸੰਗੀਤ ਵਾਸਤੇ ਬਣਿਆ ਹੈ? ਇੱਕ ਵਿਧਵਾ ਬੀਬੀ ਜੋ ਆਪ ਕਈ ਦਿਨ ਥਾਣੇ ਕੱਟ ਕੇ ਆਈ ਸੀ,
ਤੇ ਰੱਜ ਕੇ ਪੁਲਸੀਆਂ ਹੱਥੋਂ ਜਲੀਲ ਹੋਣ ਤੇ ਬਲਾਤਕਾਰ ਦੇ ਦੁੱਖ ਸਹਿਣ ਤੋਂ ਬਾਅਦ ਆਪਣਾ ਦਿਮਾਗੀ ਤਵਾਜ਼ਨ ਗਵਾ ਚੁੱਕੀ ਸੀ। ਪਤਾ ਲੈਣ ਗਏ ਲੋਕਾਂ ਕੋਲ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਤੇ ਕਹਿੰਦੀ, ਮੈਨੂੰ ਤਾਂ ਜਦੋਂ ਵੀ ਕਿਤੇ ਸ਼ਬਦ ਕੀਰਤਨ ਦੀ ਆਵਾਜ਼ ਸੁਣਦੀ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੰਜਰਾਂ ਦੀ ਬਸਤੀ ਵਿੱਚ ਗਾਹਕ ਖਿੱਚਣ ਦੀਆਂ ਤਿਆਰੀਆਂ ਹੋ ਰਹੀਆਂ ਹੋਣ। ਸ਼ਬਦ ਕੀਰਤਨ ਕਰਨ ਵਾਲੇ ਲੋਕਾਂ ਦੇ ਮੂੰਹ ਮੈਨੂੰ ਕੁੱਤਿਆਂ ਦੇ ਮੂੰਹਾਂ ਵਰਗੇ ਲੱਗਦੇ ਹਨ। ਕਥਾ ਕਰਨ ਵਾਲੇ ਲੋਕ ਮੈਨੂੰ ਇਸ ਤਰ੍ਹਾਂ ਦਿਸਦੇ ਹਨ ਜਿਵੇਂ ਲੂੰਬੜੀ ਬੈਠੀ ਕਾਂ ਨਾਲ ਗੱਲਾਂ ਕਰ ਰਹੀ ਹੋਵੇ। ਪੋਚਵੀਆਂ ਪੱਗਾਂ ਤੇ ਖੁੱਲ੍ਹੇ ਦਾੜੇ ਵਾਲੇ ਲੋਕ ਮੈਨੂੰ ਕੰਜਰੀਆਂ ਦੇ ਬਾਜ਼ਾਰ ਦੇ ਦਲਾਲ ਲੱਗਦੇ ਹਨ, ਜਿਹੜੇ ਹੁਣੇ-ਹੁਣੇ ਹੀ ਆਪਣੀ ਕਿਸੇ ਧੀ, ਭਾਣਜੀ ਜਾਂ ਭਤੀਜੀ ਦਾ ਸੌਦਾ ਕਰਕੇ ਆਏ ਹੋਣ ਤੇ ਉਹਨਾਂ ਨੂੰ ਯਕੀਨ ਦਿਵਾ ਕੇ ਆਏ ਹੋਣ ਕਿ ਤੁਸੀਂ ਇੱਥੇ ਇਹਨਾਂ ਨਾਲ ਜੋ ਮਰਜ਼ੀ ਕਰੋ, ਅਸੀਂ ਲੋਕਾਂ ਨੂੰ ਸ਼ਬਦ ਕੀਰਤਨ ਵਿੱਚ ਉਲਝਾ ਕੇ ਰੱਖਾਂਗੇ। ਵੇਖਿਆ ਜਾਵੇ ਤਾਂ ਇਹ ਸਭ ਕੁਝ ਹਿੰਦੂ ਸੰਸਕ੍ਰਿਤੀ ਵਿੱਚ ਬਹੁਤ ਪਹਿਲਾਂ ਤੋਂ ਹੁੰਦਾ ਆਇਆ ਹੈ। ਸਤੀ ਕਰਨ ਵਾਲੀ ਕੁੜੀ ਨੂੰ ਪਹਿਲਾਂ ਤੇ ਸ਼ਿੰਗਾਰਿਆ ਜਾਂਦਾ, ਫਿਰ ਉਸ ਨੂੰ ਚਿਤਾ ਤੇ ਰੱਖ ਦਿੱਤਾ ਜਾਂਦਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਗੁਰਬਾਣੀ ਗਾਉਣ ਵਾਲਿਆਂ ਦਾ ਚੱਡੇ ਪੜਵਾਉਣ ਵਾਲਿਆਂ ਨਾਲ ਕੋਈ ਸਬੰਧ ਨਹੀਂ ਸੀ? ਕਿ ਇਹ ਦੋਵੇਂ ਗੁਰ ਭਾਈ ਨਹੀਂ? ਕਿ ਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਇੱਕ ਨੂੰ ਚੱਡੇ ਪੜਵਾਉਣ ਤੇ ਇੱਕ ਨੂੰ ਸੁਗੰਧਿਤ ਵਾਤਾਵਰਣ ਵਿੱਚ ਬੈਠ ਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗਾਉਣ ਲਈ ਹੀ ਬਣਾਇਆ ਸੀ? ਕਿ ਸਤਿਗੁਰੂ ਨੂੰ ਨਹੀਂ ਸੀ ਪਤਾ ਕਿ ਧਰਮ ਵੀ ਪਤਾਸਿਆਂ ਵਾਂਗ ਵਿਰੋਧੀ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਘੁਲ ਜਾਂਦਾ ਹੈ ਤੇ ਪਤਾਸਿਆਂ ਦੀ ਆਪਣੀ ਕੋਈ ਹੋਂਦ ਨਹੀਂ ਰਹਿੰਦੀ, ਸਿਰਫ ਮਿਠਾਸ ਹੀ ਬਾਕੀ ਰਹਿ ਜਾਂਦੀ ਹੈ, ਜਿਹੜੀ ਸ਼ਿਕੰਜਵੀ, ਸ਼ਰਬਤ ਤੇ ਚਾਹ ਵਿੱਚ ਵੀ ਹੁੰਦੀ ਹੈ। ਪੋਚਵੀਆਂ ਪੱਗਾਂ ਵਾਲੇ ਜੇ ਰਾਜ ਕਰਨ ਵਾਲਿਆਂ ਦੇ ਜ਼ੁਲਮ ਦੀ ਵਿਰੋਧਤਾ ਨਹੀਂ ਕਰ ਸਕਦੇ ਤਾਂ ਜ਼ੁਲਮ ਨਾਲ ਲੜਨ ਵਾਲਿਆਂ ਨੂੰ ਲੁਟੇਰੇ, ਡਾਕੂ, ਲੁੱਟਾਂ ਖੋਹਾਂ ਕਰਨ ਵਾਲੇ ਤੇ ਭਟਕੇ ਹੋਏ ਨੌਜਵਾਨ ਵੀ ਤਾਂ ਨਾ ਆਖਣ। ਕਰਵਾ ਚੌਥ ਦਾ ਵਰਤ ਰੱਖਣ ਵਾਲੀ ਸ਼ਹਿਰਨ ਨੂੰ ਇਹ ਨਹੀਂ ਪਤਾ ਕਿ ਪਿੰਡ ਵਿੱਚ ਰਹਿਣ ਵਾਲੀ ਮੇਰੀ ਭੈਣ ਦਾ ਸੁਹਾਗ ਪੁਲਿਸ ਨੇ ਉਜਾੜ ਦਿੱਤਾ ਹੈ। ਜੇ ਸ਼ਹਿਰਨ ਦਾ ਪਤੀ ਕਰਵਾ ਚੌਥ ਦਾ ਵਰਤ ਰੱਖਣ ਨਾਲ ਜਿਉਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਪੇਂਡੂ ਵਿਚਾਰੀ ਦੇ ਪਤੀ ਨੂੰ ਅੰਮ੍ਰਿਤ ਨੇ ਮਾਰਿਆ। ਜੇ ਉਹ ਵੀ ਵਰਤ ਰੱਖਣ ਵਾਲੀ ਹੁੰਦੀ ਤਾਂ ਉਸ ਦਾ ਪਤੀ ਵੀ ਨਾ ਮਰਦਾ। ਸ਼ਹਿਰਨ ਤਾਂ ਗਲ ਵਿੱਚ ਮੰਗਲ ਸੂਤਰ ਪਾਈ ਫਿਰਦੀ ਹੈ ਤੇ ਪੇਂਡਣ ਵਿਚਾਰੀ ਖੁੱਲੇ ਵਾਲ ਗਲ ਵਿੱਚ ਪਾਈ ਵਿਧਵਾ ਹੋਈ ਫਿਰਦੀ ਹੈ। ਇੱਕ ਦੇਸ਼ ਭਗਤ ਦੀ ਪਤਨੀ ਹੈ ਤੇ ਦੂਸਰੀ ਦੇਸ਼ ਦੇ ਅਗਦਾਰ ਦੀ ਪਤਨੀ ਹੈ। ਸ਼ਹਿਰੀ ਭਾਪਿਆਂ ਦੇ ਮੁੰਡੇ ਦੇਸ਼ ਭਗਤ, ਪੇਂਡੂ ਸਿੱਖਾਂ ਦੇ ਮੁੰਡੇ ਅੱਤਵਾਦੀ। ਉਂਝ ਸ਼ਹਿਰੀ ਮੁੰਡਿਆਂ ਨੇ ਵੀ ਬੜੀਆਂ ਜਾਨਾਂ ਵਾਰੀਆਂ ਹਨ ਤੇ ਬੜਾ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਇਆ ਹੈ। ਇਹ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਸਿੱਖੀ ਦਾ ਖੇਖਣ ਤਾਂ ਬਹੁਤ ਕਰਦੇ ਹਨ ਪਰ ਰਾਸ਼ਟਰੀ ਸਿੱਖ ਸੰਗਤ ਦੇ ਮਾਮੇ ਬਣੇ ਬੈਠੇ ਹਨ। ਹੋ ਸਕਦਾ ਹੈ ਪਿੰਡਾਂ ਦੇ ਸਿੱਖ ਕੁਝ ਸਾਲਾਂ ਬਾਅਦ ਸਿੱਖੀ ਛੱਡ ਜਾਣ ਪਰ ਉਹ ਜੰਝੂ ਨਹੀਂ ਪਾ ਸਕਦੇ, ਕਿਉਂਕਿ ਇਹ ਪੇਂਡੂ ਜਿਹੇ ਲੋਕ ਗੁਰੂ ਨਾਨਕ ਤੋਂ ਪਹਿਲਾਂ ਵੀ ਜੰਝੂ ਨਹੀਂ ਸੀ ਪਾਉਂਦੇ। ਪਰ ਸ਼ਹਿਰੀ ਭਾਪੇ ਸਿੱਖ ਤਾਂ ਹੋ ਸਕਦਾ ਹੈ ਕਿ ਕੁਝ ਸਾਲਾਂ ਤੱਕ ਜੰਝੂ ਵੀ ਪਾਉਣ ਲੱਗ ਪੈਣ। ਗੁਰਦੁਆਰੇ ਤਾਂ ਹੁਣ ਪਹਿਲਾਂ ਹੀ ਮੰਦਰਾਂ ਵਰਗੇ ਕੰਮ ਕਰਨ ਲੱਗ ਪਏ। ਹੁਣ ਵੀ ਤਾਂ ਕਈ ਗੁਰਦੁਆਰਿਆਂ ਵਿੱਚ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਤੇ ਰਾਮ ਨੌਮੀ ਦੇ ਜਲੂਸ ਗੁਰਦੁਆਰਿਓਂ ਨਿਕਲਦੇ ਹਨ। ਜਿਵੇਂ ਕਿ ਬਸਤੀ ਸ਼ੇਖ ਜਲੰਧਰ ਦੇ ਗੁਰਦੁਆਰੇ ਨੇ ਸ਼ੁਭ ਪਹਿਲ ਕੀਤੀ ਹੈ ਕਿ ਹੁਣ ਹਿੰਦੂ ਸੰਤ ਗੁਰਦੁਆਰਿਆਂ ਵਿੱਚ ਕੀਰਤਨ ਤੇ ਕਥਾ ਨਹੀਂ ਕਰਦੇ, ਉਹਨਾਂ ਨੂੰ ਸਰੂਪੇ ਨਹੀਂ ਮਿਲਦੇ। ਨਵੰਬਰ 2001 ਦੀ ਗੱਲ ਹੈ ਕਿ ਦਿਆਲ ਨਗਰ ਵਿੱਚ 2 ਸਾਲ ਤੋਂ ਇੱਕ ਅੰਮ੍ਰਿਤਧਾਰੀ ਬੀਬੀ ਗੁਰਪ੍ਰੀਤ ਕੌਰ ਨੇ ਵਿਦੇਸ਼ਾਂ ਵਿੱਚੋਂ ਪੈਸਾ ਲਿਆ ਕੇ ਗੁਰਦੁਆਰਾ ਬਣਾਇਆ। ਇਹ ਬੀਬੀ ਗਾਤਰੇ ਕਿਰਪਾਨ ਪਾਉਂਦੀ ਹੈ ਤੇ ਕੇਸਕੀ ਸਜਾਉਂਦੀ ਹੈ। ਇਸ ਗੁਰਦੁਆਰੇ ਵਿੱਚ ਉਹ ਬੜੀ ਸ਼ਰਧਾ ਨਾਲ ਅਖੰਡ ਪਾਠ ਅਤੇ ਕਥਾ ਕੀਰਤਨ ਦੀ ਸੇਵਾ ਕਰਵਾਉਂਦੀ ਰਹੀ ਹੈ। ਪਰ ਅਚਾਨਕ ਉਸ ਨੇ ਗੁਰਦੁਆਰੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਜਗਰਾਤਾ ਰੱਖ ਲਿਆ। ਉਸ ਨੇ ਇੱਕ 22-23 ਸਾਲ ਦੇ ਮੁੰਡੇ ਨੂੰ ਪੈਰ ਅਤੇ ਹੱਥ ਥੱਲੇ ਲਵਾ ਕੇ ਘੋੜਾ ਜਿਹਾ ਬਣਾ ਲਿਆ। ਉਸ ਤੇ ਗੋਟੇ ਵਾਲਾ ਲਾਲ ਕੱਪੜਾ ਪਾ ਕੇ ਤੇ ਉਹਦੇ ਮੂੰਹ ਤੇ ਸ਼ੇਰ ਦਾ ਗੱਤੇ ਦਾ ਮਖੌਟਾ ਪਾ ਕੇ ਆਪ ਉਸ ਉੱਤੇ ਚੜ੍ਹ ਬੈਠੀ ਤੇ ਹਰ ਤਰੀਕੇ ਨਾਲ ਅਖਬਾਰਾਂ ਆਦਿ ਵਿੱਚ ਇਸ਼ਤਿਹਾਰ ਤੇ ਖਬਰਾਂ ਵਗੈਰਾ ਲਵਾ ਕੇ ਇਹ ਪ੍ਰਚਾਰ ਕਰਵਾਇਆ ਕਿ ਮੈਂ ਸ਼ੇਰਾਂ ਵਾਲੀ ਮਾਤਾ ਹਾਂ। ਹਾਜ਼ਰ ਲੋਕਾਂ ਦੇ ਦੱਸਣ ਅਨੁਸਾਰ ਉੱਥੇ ਬਹੁਤ ਗਿਣਤੀ ਵਿੱਚ ਅੰਮ੍ਰਿਤਧਾਰੀ ਸਿੰਘ ਅਤੇ ਅੰਮ੍ਰਿਤਧਾਰੀ ਸਿੰਘਣੀਆਂ ਵੀ ਤਾੜੀਆਂ ਮਾਰ-ਮਾਰ ਕੇ ਨੱਚ-ਨੱਚ ਕੇ ਸ਼ੇਰਾਂ ਵਾਲੀ ਮਾਤਾ ਦੇ ਭਜਨ ਗਾ ਰਹੀਆਂ ਸਨ। ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਸੰਗਤ ਇਕੱਠੀ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ, ਕਿਉਂਕਿ ਇਸ ਗੁਰਦੁਆਰੇ ਵਿੱਚ ਪਹਿਲਾਂ ਤੋਂ ਹੀ ਆਉਣ ਵਾਲੀ ਸੰਗਤ
ਅੱਜ ਮਾਤਾ ਦੀ ਭਗਤ ਬਣ ਗਈ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਗੁਰਦੁਆਰਾ ਸਾਹਿਬ ਦੇ ਜਿਸ ਹਾਲ ਵਿੱਚ ਇਹ ਜਗਰਾਤਾ ਹੋ ਰਿਹਾ ਸੀ, ਉੱਥੇ ਹੀ ਮਹਾਰਾਜ ਦਾ ਪ੍ਰਕਾਸ਼ ਵੀ ਸੀ ਤੇ ਸ਼ੇਰਾਂ ਵਾਲੀ ਮਾਤਾ ਸ਼ੇਰ ਤੇ ਬੈਠੀ ਹੋਣ ਕਰਕੇ ਮਹਾਰਾਜ ਦੇ ਸਰੂਪ ਤੋਂ ਵੀ ਉੱਚੀ ਸੀ। ਜਲੰਧਰ ਦੇ ਕੁਝ ਅਣਖੀ ਸਿੱਖਾਂ ਨੇ ਉਹਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨੇ ਸਾਫ਼ ਕਹਿ ਦਿੱਤਾ ਕਿ ਮੈਂ ਜਗਰਾਤਾ ਕਰਵਾਉਣਾ ਹੀ ਕਰਵਾਉਣਾ ਹੈ। ਬਹੁਤੀ ਗੱਲ ਹੈ ਤਾਂ ਤੁਸੀਂ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਜਾਓ। ਝਗੜਾ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਦੂਸਰਾ ਰੱਖਿਆ ਜਗਰਾਤਾ ਤਾਂ ਨਾ ਹੋਣ ਦਿੱਤਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਗੁਰਦੁਆਰਾ ਮੰਦਿਰ ਵਿੱਚ ਤਬਦੀਲ ਨਹੀਂ ਹੋਵੇਗਾ। ਦੂਜੀ ਘਟਨਾ ਵਿੱਚ ਦਿਓਲ ਨਗਰ ਵਿੱਚ ਇੱਕ ਗੁਰਦੁਆਰਾ ਹੈ ਜਿਸ ਦਾ ਨਾਮ ਆਸਾਪੂਰਨ ਰੱਖਿਆ ਹੋਇਆ। ਇਸ ਨਾਂ ਤੋਂ ਹੀ ਇਹ ਭੁਲੇਖਾ ਪੈਂਦਾ ਹੈ ਕਿ ਜੇ ਕੋਈ ਇਸ ਗੁਰਦੁਆਰੇ ਵਿੱਚ ਆਵੇ ਤਾਂ ਉਹਦੀ ਆਸਾ ਪੂਰਨ ਹੁੰਦੀ ਹੈ, ਪਰ ਜੇ ਕਿਸੇ ਹੋਰ ਗੁਰਦੁਆਰੇ ਜਾਵੇ ਤਾਂ ਕੰਮ ਵਿਗੜ ਵੀ ਸਕਦਾ ਹੈ। ਸਿੱਖ ਇੰਨਾ ਨਿੱਘਰ ਚੁੱਕੇ ਹਨ ਕਿ ਗੁਰਦੁਆਰੇ ਦੇ ਨਾਮ ਵੀ ਦੁਕਾਨਾਂ ਵਰਗੇ ਰੱਖਣ ਲੱਗ ਪਏ। ਇਸ ਗੁਰਦੁਆਰੇ ਵਿੱਚ ਇੱਕ ਕਬਰ ਵੀ ਬਣੀ ਹੋਈ ਸੀ। ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੀ ਸੰਗਤ ਵਿੱਚੋਂ ਕਾਫੀ ਸਿੱਖ ਕਬਰ ਉੱਤੇ ਵੀ ਮੱਥਾ ਟੇਕਦੇ ਸਨ। ਬਕਾਇਦਾ ਇਸ ਕਬਰ ਤੇ ਹਰੇ ਰੰਗ ਦਾ ਕੱਪੜਾ ਪਾਇਆ ਹੋਇਆ ਸੀ। ਕੁਝ ਸਿੰਘਾਂ ਨੇ ਉਹ ਕਬਰ ਢਾ ਦਿੱਤੀ। ਇਹ ਕੰਮ ਨਿਰਵਿਘਨ ਸਮਾਪਤ ਹੋ ਗਿਆ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਗੁਰਦੁਆਰੇ ਵਿੱਚ ਕਬਰ ਨਹੀਂ ਹੋ ਸਕਦੀ ਤੇ ਨਾ ਹੀ ਕਬਰ ਵਾਲੀ ਥਾਂ ਤੇ ਗੁਰਦੁਆਰਾ ਹੋ ਸਕਦਾ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਭਰੋਸੇ ਵਿੱਚ ਲੈ ਕੇ ਹੀ ਇਹ ਕੰਮ ਕੀਤਾ ਗਿਆ ਸੀ। ਇੱਕ ਹੋਰ ਸਿੱਖ ਜੋ ਪੇਸ਼ੇ ਵਜੋਂ ਆਮਦਨ ਕਰਦੇ ਵਕੀਲ ਹਨ ਤੇ ਆਮ ਤੌਰ ਤੇ ਸਿੱਖ ਮਸਲਿਆਂ ਵਿੱਚ ਬਹੁਤ ਦਿਲਚਸਪੀ ਲੈਂਦੇ ਰਹਿੰਦੇ ਹਨ ਤੇ ਅਜੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਸਿੱਖ ਵੋਟਰ ਦੀ ਪਰਿਭਾਸ਼ਾ ਨਿਸ਼ਚਿਤ ਕਰਨ ਵਾਲੇ ਮਾਮਲੇ ਵਿੱਚ ਉਹਨਾਂ ਨੇ ਬੜਾ ਵਾਵ ਵੇਲਾ ਕੀਤਾ ਤੇ ਬੜੀ ਪ੍ਰਸਿੱਧੀ ਖੱਟੀ ਤੇ ਨਾਲੇ ਲੋਕਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਸ਼ਾਇਦ ਸਾਰੇ ਸਿੱਖ ਹੀ ਪਲੇਗ ਪੈ ਕੇ ਮਰ ਜਾਣਗੇ। ਸਭ ਤੋਂ ਪਹਿਲਾਂ ਤਾਂ ਇਸ ਵਕੀਲ ਨੇ ਹੀ ਕਬਰ ਪੁੱਟ ਕੇ ਸੁੱਟਣ ਵਾਲੇ ਬਹਾਦਰ ਸਿੰਘਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਤੇ ਉਹ ਵੀ ਅਖਬਾਰਾਂ ਵਿੱਚ ਬਿਆਨ ਲਵਾ ਕੇ। ਸਗੋਂ ਇਸ ਵਕੀਲ ਨੇ ਕਈ ਸਿੱਖਾਂ ਨੂੰ ਇਹ ਕਹਿ ਕੇ ਵੀ ਡਰਾਇਆ ਕਿ ਕਬਰ ਪੁੱਟਣ ਵਾਲਿਆਂ ਨੂੰ ਫਾਂਸੀ ਵੀ ਹੋ ਸਕਦੀ ਹੈ। ਜਿਸ ਦਿਨ ਇਸ ਸਿੰਘ ਨੇ ਕਬਰ ਪੁੱਟਣ ਵਾਲੇ ਮਾਮਲੇ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ, ਉਸੇ ਦਿਨ ਹੀ ਕਬਰ ਪੁੱਟਣ ਵਾਲੇ ਸਿੰਘਾਂ ਨੂੰ ਉਕਸਾਰਿਆ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਹੋ ਕੇ ਅੱਜ ਭੂਮੀ ਪੂਜਨ ਕਰ ਰਿਹਾ ਹੈ ਤੇ ਇੱਕ ਇਮਾਰਤ ਦਾ ਨੀਂਹ ਪੱਥਰ ਰੱਖ ਰਿਹਾ, ਕਿਉਂਕਿ ਭੂਮੀ ਪੂਜਨ ਸਿੱਖ ਰਵਾਇਤਾਂ ਦੇ ਉਲਟ ਹੈ। ਇਸ ਲਈ ਸਾਰੇ ਇਸ ਦੇ ਵਿਰੁੱਧ ਬਿਆਨ ਦਈਏ। ਇੱਕ ਐਸਾ ਦੋਹਰਾ ਮਿਆਰ ਹੈ ਜੋ ਅੱਜ ਦਾ ਪੜ੍ਹਿਆ ਲਿਖਿਆ ਸਿੱਖ ਅਪਣਾ ਰਿਹਾ। ਅਖਬਾਰਾਂ ਵਿੱਚ ਬਿਆਨ ਦੇ ਦੇ ਕੇ ਇਸ ਨੇ ਆਪਣੇ ਆਪ ਨੂੰ ਸਿੱਖ ਅਹਤੈਸ਼ੀ ਦੇ ਤੌਰ ਤੇ ਮਸ਼ਹੂਰ ਕੀਤਾ ਹੋਇਆ। ਹੁਣ ਅੱਜ ਦੇ ਸਿੱਖ ਦਾ ਕਿਰਦਾਰ ਵੇਖੋ। ਇਸ ਵਕੀਲ ਨੂੰ ਭੂਮੀ ਪੂਜਨ ਤਾਂ ਸਿੱਖ ਰਵਾਇਤਾਂ ਤੇ ਉਲਟ ਲੱਗਦੀ ਹੈ, ਪਰ ਗੁਰਦੁਆਰੇ ਵਿੱਚ ਕਬਰ ਹੋਣੀ ਤੇ ਉਸ ਕਬਰ ਤੇ ਸਿੱਖਾਂ ਦਾ ਮੱਥਾ ਟੇਕਣਾ ਸਿੱਖ ਰਵਾਇਤਾਂ ਦੇ ਉਲਟ ਨਹੀਂ ਲੱਗਦਾ। ਜੇ ਸਿਰ ਤਲੀ ਤੇ ਰੱਖ ਕੇ ਗੁਰਮਰਿਆਦਾ ਬਹਾਲ ਕਰਾਉਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਦੀ ਥਾਂ ਲੋਕ ਉਹਨਾਂ ਨਾਲੋਂ ਨਾਤਾ ਹੀ ਤੋੜਨ ਦੀ ਗੱਲ ਕਰਨਗੇ ਤਾਂ ਫਿਰ ਕੌਣ ਅੱਗੇ ਲੱਗ ਕੇ ਸਿੱਖ ਧਰਮ ਵਿੱਚ ਹੁੰਦੀਆਂ ਬੇਨਿਯਮੀਆਂ ਖਤਮ ਕਰਵਾਵੇਗਾ। ਸਿੱਖਾਂ ਨੂੰ ਇਹ ਭੁਲੇਖਾ ਹੈ ਕਿ ਉਹ ਬੁੱਤ ਪੂਜਾ ਨਹੀਂ ਕਰਦੇ, ਪਰ ਸਿੱਖ ਤਾਂ ਬੁੱਤ ਪੂਜਾ ਤੋਂ ਵੀ ਬਹੁਤ ਅੱਗੇ ਲੰਘ ਚੁੱਕੇ ਹਨ। ਨਿਸ਼ਾਨ ਸਾਹਿਬ ਵਾਲੇ ਥੜੇ ਤੇ ਪੀੜੀ ਦੇ ਪਾਵਿਆਂ ਦੀ ਮੁੱਠੀ ਚਾਪੀ ਤੇ ਮੱਥਾ ਟੇਕਣ ਤੋਂ ਅਗਾਂਹ ਲੰਘ ਕੇ ਉਹ ਸਦਲ ਤੇ ਹੀ ਮੱਥਾ ਕਸਾਈ ਜਾਂਦੇ ਹਨ। ਜਿੱਥੇ ਥੜੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਸ ਥੜੇ ਨੂੰ ਹੀ ਮੱਥਾ ਟੇਕੀ ਜਾਂਦੇ ਤੇ ਮੁੱਠੀ ਚਾਪੀ ਕਰੀ ਜਾਂਦੇ ਹਨ, ਭਾਵੇਂ ਉਸ ਥੜੇ ਤੇ ਪ੍ਰਕਾਸ਼ ਨਾ ਵੀ ਹੋਇਆ ਹੋਵੇ। ਮੁਸਲਮਾਨਾਂ ਨੂੰ ਵੀ ਇਹ ਭੁਲੇਖਾ ਹੈ ਕਿ ਉਹ ਪੱਥਰ ਦੀ ਪੂਜਾ ਨਹੀਂ ਕਰਦੇ, ਪਰ ਦੁਨੀਆ ਦੇ ਸਭ ਤੋਂ ਵੱਡੇ ਪੱਥਰ ਨੂੰ ਮੁਸਲਮਾਨਾਂ ਨੇ ਪੂਜਿਆ ਹੈ। ਮੱਕੇ ਵਿੱਚ ਜਿੱਥੇ ਹੱਜ ਕਰਨ ਜਾਂਦੇ ਹਨ, ਉੱਥੇ ਪਏ ਪੱਥਰ ਨੂੰ ਚੁੰਮਦੇ ਤੇ ਮੱਥੇ ਟੇਕਦੇ ਹਨ। ਵਿਆਹਾਂ ਵਿੱਚ ਜਦੋਂ ਸਿੱਖ ਬਰਾਤ ਦੇ ਅੱਗੇ ਅੱਗੇ ਭੁੜਕਦੇ ਹਨ, ਕਿਉਂਕਿ ਉਸ ਨੂੰ ਭੰਗੜਾ ਤਾਂ ਕਹਿ ਨਹੀਂ ਸਕਦੇ, ਤਾਂ ਉਹਨਾਂ ਨੂੰ ਬੰਦਾ ਪੁੱਛੇ, ਉਸ ਤਰ੍ਹਾਂ ਤਾਂ ਕਹਿੰਦੇ ਹੋ ਸਾਰੇ ਕੰਮ ਗੁਰਮਤ ਮਰਜ਼ਾਦਾ ਨਾਲ ਹੋਣ, ਪਰ ਭੁੜਕਣ ਲੱਗੇ ਤੁਸੀਂ ਬਾਂਦਰਾਂ ਨੂੰ ਵੀ ਮਾਤ ਪਾਉਂਦੇ ਹੋ। ਤੁਹਾਡੇ ਗੁਰੂਆਂ ਦੇ ਵੀ ਵਿਆਹ ਹੋਏ ਸੀ, ਉਸ ਤੋਂ ਬਾਅਦ ਵੀ ਸਿੱਖਾਂ ਦੇ ਵਿਆਹ ਹੁੰਦੇ ਰਹੇ ਹਨ। ਉਹਨਾਂ ਦੀ ਬਰਾਤ ਵਿੱਚ ਕੀ ਕਦੇ ਕੋਈ ਏਦਾਂ ਭੁੜਕਿਆ ਸੀ ਤੇ ਕਿਸੇ ਨੇ ਗਾਉਣ ਵਾਲੀ ਕੋਲੋਂ ਲੱਚਰ ਗੀਤ ਗਵਾਏ ਸਨ? ਇਹ ਬਾਂਦਰਾਂ ਵਾਂਗ ਭੁੜਕਣ ਵਾਲਾ ਕੰਮ ਪਹਿਲਾਂ ਸ਼ਹਿਰਾਂ ਵਿੱਚ ਸ਼ਹਿਰੀ ਸਿੱਖਾਂ ਨੇ ਸ਼ੁਰੂ ਕੀਤਾ,
ਹੁਣ ਇਹ ਪਿੰਡ ਵਿੱਚ ਵੀ ਪ੍ਰਚਲਿਤ ਹੋ ਗਿਆ। ਸ਼ਹਿਰ ਦਾ ਹਰ ਰਿਵਾਜ ਪਿੰਡ ਵਿੱਚ ਜਾਣਾ ਹੀ ਹੁੰਦਾ ਹੈ, ਜਿਵੇਂ ਕੱਪੜਿਆਂ ਦਾ, ਪਰਾਂਦੀਆਂ ਦਾ, ਦੁਪੱਟਿਆਂ ਦਾ। ਪਹਿਲਾਂ ਪਿੰਡਾਂ ਵਿੱਚ ਵਿਆਹ ਬਹੁਤ ਸਾਦੇ ਢੰਗ ਨਾਲ ਹੁੰਦੇ ਸਨ। ਮੰਗਣੀ ਦੀ ਰਸਮ ਵੇਲੇ ਸਿਰਫ ਸਵਾ ਰੁਪਈਆ ਤੇ ਗੁੜ ਦੀ ਰੋੜੀ ਭੇਜੀ ਜਾਂਦੀ ਸੀ ਤੇ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਸੀ। ਪਰ ਸ਼ਹਿਰਾਂ ਵਿੱਚ ਸ਼ਹਿਰੀ ਪਾਪਿਆਂ ਨੇ ਹਿੰਦੂਆਂ ਦੀ ਵੇਖਾ ਵੇਖੀ ਪਹਿਲਾਂ ਰੋਕਾ, ਫਿਰ ਠਾਕਾ, ਚੁੰਨੀ ਚੜਾਉਣੀ, ਫਿਰ ਈਸਾਈਆਂ ਦੇ ਵਿਆਹ ਦੀ ਰਸਮ ਦੀ ਨਕਲ ਕਰਕੇ ਅੰਗੂਠੀ ਪਾਉਣੀ, ਫਿਰ ਹਿੰਦੂਆਂ ਦੇ ਵਿਆਹ ਦੀ ਨਕਲ ਕਰਕੇ ਜੈਮਾਲਾ ਪਾਉਣੀ, ਫਿਰ ਸ਼ਗਨ ਤੇ ਉਸ ਤੋਂ ਬਾਅਦ ਆਨੰਦ ਕਾਰਜ ਕਰਨਾ ਸ਼ੁਰੂ ਕੀਤਾ। ਆਨੰਦ ਕਾਰਜ ਤਾਂ ਐਵੇਂ ਕੰਡਿਆਂ ਤੋਂ ਘਸੀਟਣ ਵਾਲੀ ਗੱਲ ਹੈ। ਅਸਲ ਵਿੱਚ ਵਿਆਹ ਤਾਂ ਪਹਿਲਾਂ ਹੀ ਹੋ ਚੁੱਕਾ ਹੁੰਦਾ। ਅੰਗੂਠੀ ਪਾ ਦੇਣੀ ਵੀ ਪੂਰਾ ਵਿਆਹ ਹੈ ਅਤੇ ਜੈਮਾਲਾ ਪਾ ਦੇਣੀ ਵੀ ਪੂਰਾ ਵਿਆਹ ਹੈ। ਇਹ ਸਾਰਾ ਕੁਝ ਹਿੰਦੂਆਂ ਦੀ ਵੇਖਾ ਵੇਖੀ ਸ਼ਹਿਰੀ ਸਿੱਖਾਂ ਦੇ ਚੋਚਲੇ ਹਨ, ਜਿਹੜੇ ਹੁਣ ਘੁਣ ਵਾਂਗ ਪੇਂਡੂ ਸਮਾਜ ਨੂੰ ਵੀ ਲੱਗ ਗਏ ਹਨ। ਹੁਣ ਤਾਂ ਪਿੰਡਾਂ ਵਿੱਚ ਗੋਹਾ ਸੁੱਟਣ ਵਾਲੀ ਜਨਾਨੀ ਵੀ ਕਹਿੰਦੀ ਹੈ, ਅਸਾਂ ਕੱਲ੍ਹ ਚੁੰਨੀ ਚੜਾਉਣ ਜਾਣਾ ਹੈ। ਜੰਮਣ ਲੱਗੇ ਬੱਚੇ ਨੂੰ ਕੋਈ ਇਹ ਨਹੀਂ ਪੁੱਛਦਾ ਕਿ ਤੂੰ ਜੰਮਣਾ ਚਾਹੁੰਦਾ ਹੈ ਕਿ ਨਹੀਂ, ਜਾਂ ਜੇ ਤੂੰ ਜੰਮਣਾ ਹੈ ਤਾਂ ਕਿਸ ਘਰ ਵਿੱਚ ਤੇ ਕਿੱਥੇ ਜੰਮਣਾ ਹੈ ਤੇ ਕਿਸ ਧਰਮ ਵਿੱਚ ਜੰਮਣਾ ਚਾਹੁੰਦਾ ਹੈ। ਧਰਮ ਬੰਦੇ ਦੀ ਆਪਣੀ ਚੋਣ ਨਹੀਂ ਹੁੰਦੀ। ਇੱਕ ਜੰਮਦੇ ਬੱਚੇ ਨੂੰ ਉਸਦੇ ਮਾਤਾ ਪਿਤਾ ਦਾ ਧਰਮ ਉਸ ਘਰ ਵਿੱਚ ਜਨਮ ਲੈਣ ਨਾਲ ਹੀ ਮਿਲ ਜਾਂਦਾ ਹੈ। ਉਹ ਵਿਚਾਰਾ ਉਸ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਨਾਂਹ ਨੁੱਕਰ ਕਰ ਸਕਦਾ ਹੈ। ਹਿੰਦੂ ਪਰਿਵਾਰ ਦਾ ਜੰਮਿਆ ਬੱਚਾ ਬਚਪਨ ਤੋਂ ਹੀ ਬੋਧੀ ਵਾਲੇ ਪੰਡਤ ਨੂੰ ਮੰਤਰ ਉਚਾਰਨ ਕਰਦਾ ਵੇਖਦਾ ਹੈ, ਘਰ ਵਿੱਚ ਮੂਰਤੀਆਂ ਵੇਖਦਾ ਹੈ। ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ, ਰਾਮ, ਸੀਤਾ, ਕ੍ਰਿਸ਼ਨ, ਬ੍ਰਹਮਾ ਤੇ ਹੋਰ ਦੇਵਤਿਆਂ ਨੂੰ ਪਛਾਣਨ ਲੱਗ ਪੈਂਦਾ ਹੈ। ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੇਖਾ ਵੇਖੀ ਪੂਜਾ ਵੀ ਕਰਨ ਲੱਗਦਾ ਹੈ। ਸਿੱਖਾਂ ਦੇ ਘਰਾਂ ਵਿੱਚ ਜੰਮਿਆ ਬੱਚਾ ਵੀ ਆਪਣੇ ਪਰਿਵਾਰ ਦੀ ਵੇਖਾ ਵੇਖੀ ਸਿੱਖ ਧਰਮ ਅਪਣਾ ਲੈਂਦਾ ਹੈ। ਬੱਚੇ ਦਾ ਛੋਟਾ ਜਿਹਾ ਦਿਮਾਗ ਲਗਾਤਾਰ ਦਿਨ ਦੇ 24 ਘੰਟੇ ਹੋ ਰਹੇ ਉਸਦੇ ਮਤ ਦੇ ਉਲਟਾਉਣ ਦੇ ਯਤਨਾਂ ਅੱਗੇ ਟਿਕ ਨਹੀਂ ਸਕਦਾ। ਬਿਨਾਂ ਵਿਰੋਧ ਉਹ ਧਰਮ ਦਾ ਹਿੱਸਾ ਬਣ ਜਾਂਦਾ ਹੈ। ਜੋ ਧਰਮ ਉਸਦਾ ਨਹੀਂ, ਉਸਦੇ ਮਾਂ-ਪਿਓ ਦਾ ਸੀ। ਬਿਲਕੁਲ ਇਹੀ ਗੱਲ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਕਮਿਊਨਿਸਟ ਪਰਿਵਾਰ ਦੇ ਬੱਚੇ ਦੀ ਹੈ। ਉਹ ਬੱਚਾ ਵੀ ਬਚਪਨ ਤੋਂ ਹੀ ਰੱਬ ਦੀ ਹੋਂਦ ਤੋਂ ਮੁਨਕਰ ਆਪਣੇ ਵੱਡੇ ਵਡੇਰਿਆਂ ਨੂੰ ਵੇਖਦਾ ਹੈ ਤੇ ਵੇਖਦਾ ਵੇਖਦਾ ਵੱਡਾ ਹੁੰਦਾ ਹੈ। ਉਹ ਵੀ ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ। ਹਰ ਬੰਦਾ ਆਪਣੇ ਹੱਕ ਦੀਆਂ ਦਲੀਲਾਂ ਵੀ ਲੱਭ ਲੈਂਦਾ ਹੈ। ਫਿਰ ਜਿੱਥੇ ਧਰਮ ਦੀ ਗੱਲ ਆਉਂਦੀ ਹੈ, ਉੱਥੇ ਤਾਂ ਜਿੱਧਰ ਦੀ ਗੱਲ ਕਿੱਧਰ ਲੈ ਜਾਓ, ਇਹ ਗੱਲ ਕਿਸੇ ਸਿਰੇ ਵੀ ਨਹੀਂ ਲੱਗ ਸਕਦੀ। ਇਸ ਤਰ੍ਹਾਂ ਹਰ ਕੋਈ ਗੁਲਾਮ ਹੀ ਜੰਮਦਾ, ਪਰ ਗੁਲਾਮੀ ਨਾਲੋਂ ਵੀ ਬੁਰੀ ਗੁਲਾਮੀ ਦੀ ਆਦਤ ਹੁੰਦੀ। ਜਦੋਂ ਖੋਤਿਆਂ ਦੇ ਪੈਰਾਂ ਨੂੰ ਰੱਸੀਆਂ ਦੀ ਆਦਤ ਹੋ ਜਾਵੇ ਤੇ ਜੇ ਕਿਸੇ ਦਿਨ ਉਹਨਾਂ ਦੇ ਪੈਰਾਂ ਨੂੰ ਰੱਸੀ ਨਾ ਵੀ ਬੰਨ੍ਹੀ ਜਾਵੇ ਤਾਂ ਵੀ ਉਹ ਆਪਣੇ ਕਿੱਲਿਆਂ ਲਾਗੇ ਹੀ ਖਲੋਤੇ ਰਹਿੰਦੇ ਹਨ। ਜਦੋਂ ਉਹ ਬਹੁਤ ਹੀ ਪੱਕੇ ਆਦੀ ਹੋ ਜਾਂਦੇ ਹਨ ਤਾਂ ਖੋਤਿਆਂ ਦੇ ਮਾਲਕ ਸ਼ਾਮ ਨੂੰ ਉਹਨਾਂ ਨੂੰ ਕਿੱਲਿਆਂ ਲਾਗੇ ਖੜਾ ਕਰਕੇ ਸਿਰਫ ਪੈਰਾਂ ਤੇ ਹੱਥ ਫੇਰ ਦਿੰਦੇ ਹਨ। ਖੋਤੇ ਸਮਝਦੇ ਹਨ ਅਸੀਂ ਬੱਝ ਗਏ ਹਾਂ। ਫਿਰ ਸਾਰੀ ਰਾਤ ਉਹ ਪੈਰਾਂ ਨੂੰ ਨਹੀਂ ਹਿਲਾਉਂਦੇ। ਗੁਲਾਮੀ ਦਾ ਆਦੀ ਮਨੁੱਖ ਬੇਇੱਜ਼ਤ ਤਾਂ ਹੁੰਦਾ ਹੀ ਰਹਿੰਦਾ ਹੈ। ਇਸ ਲਈ ਜਦੋਂ ਕੋਈ ਗਰੀਬ ਜਾਂ ਮਜਬੂਰ ਆਦਮੀ ਕਿਸੇ ਹੱਥੋਂ ਬੇਇੱਜ਼ਤੀ ਕਰਵਾ ਚੁੱਕਾ ਹੁੰਦਾ ਹੈ ਤੇ ਰਾਤ ਨੂੰ ਰੋਟੀ ਖਾ ਕੇ ਸੌਂਦਾ ਹੈ ਤਾਂ ਸਵੇਰ ਤੱਕ ਉਸ ਨੂੰ ਰੋਟੀ ਤੇ ਬੇਇੱਜ਼ਤੀ ਦੋਵੇਂ ਹੀ ਪਚ ਜਾਂਦੇ ਹਨ। ਇਸ ਦੁਨੀਆ ਵਿੱਚ ਸੱਚਮੁੱਚ ਤੇ ਧਰਮੀ ਲੋਕਾਂ ਦੇ ਘਰ ਵਿਕ ਜਾਂਦੇ ਹਨ। ਚੁੱਲ੍ਹਿਆਂ ਤੇ ਘਾਹ ਉਗਾਉਂਦਾ ਹੈ ਤੇ ਉਸ ਘਾਹ ਨੂੰ ਪੁੱਟ ਕੇ ਚੁੱਲ੍ਹਾ ਲਿਪਣ ਪੋਚਣ ਵਾਲਾ ਵੀ ਕੋਈ ਨਹੀਂ ਬਚਦਾ। ਪਰ ਨਾਲ ਹੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਅੱਜ 9ਵੇਂ ਪਾਤਸ਼ਾਹ ਦੇ ਸਥਾਨ ਤੇ ਦੇਸੀ ਘਿਓ ਦੀਆਂ ਜੋਤਾਂ ਜਗਦੀਆਂ ਹਨ, ਉੱਥੇ ਔਰੰਗਜ਼ੇਬ ਦੀ ਕਬਰ ਤੇ ਬੈਠੇ ਮਜ਼ੌਰ ਲੋਕਾਂ ਕੋਲੋਂ ਪੈਸੇ ਮੰਗ ਕੇ ਮਜ਼ਾਰ ਦੇ ਦੀਵੇ ਜੋਗਾ ਤੇਲ ਲਿਆਉਂਦੇ ਹਨ। ਉੱਥੇ ਨਾ ਤਾਂ ਕੋਈ ਜੋਤ ਜਗਦੀ ਹੈ ਤੇ ਨਾ ਹੀ ਕੋਈ ਸ਼ਬਦ ਕੀਰਤਨ ਹੁੰਦਾ। ਨਾ ਉੱਥੇ ਮੁਸਲਮਾਨਾਂ ਦਾ ਹਜ਼ੂਮ ਹੈ, ਨਾ ਕੋਈ ਚਾਦਰਾਂ ਚੜਾਉਣ ਆਉਂਦਾ ਹੈ, ਨਾ ਕੋਈ ਮੰਨਤਾਂ ਮੰਨਦਾ ਹੈ ਤੇ ਨਾ ਹੀ ਕੋਈ ਉੱਥੇ ਮੰਨੀ ਹੋਈ ਮੰਨਤ ਪੂਰੀ ਹੋਣ ਦੀ ਉਮੀਦ ਕਰਦਾ ਹੈ। ਨੇਕੀ ਤੇ ਬਦੀ ਦੋਵੇਂ ਨਾਲ ਨਾਲ ਚੱਲਦੀਆਂ ਹਨ। ਕਈ ਵਾਰ ਤਾਂ ਬਦੀ ਨੂੰ ਖਤਮ ਕਰਦਿਆਂ ਕਰਦਿਆਂ ਨੇਕੀ ਦਾ ਵੀ ਬੜਾ ਨੁਕਸਾਨ ਹੋ ਜਾਂਦਾ, ਕਿਉਂਕਿ ਪੰਜਾਬੀ ਦੇ ਮਸ਼ਹੂਰ ਅਖਾਣ ਵਾਂਗ ਉੱਲੂ ਮਰ ਵੀ ਜਾਵੇ ਤਾਂ ਆਪਣੀ ਔਲਾਦ ਪਿੱਛੇ ਛੱਡ ਜਾਂਦਾ ਹੈ। ਇਸ ਤਰ੍ਹਾਂ ਨੇਕੀ ਤੇ ਬਦੀ ਦੀ ਜੰਗ ਲੰਮੀ ਹੋਰ ਲੰਮੀ ਹੁੰਦੀ ਜਾਂਦੀ ਹੈ। ਨੇਕੀ ਦੇ ਆਪਣੇ ਬੜੇ ਕਾਇਦੇ ਕਾਨੂੰਨ ਤੇ ਦਾਇਰੇ ਹੁੰਦੇ ਹਨ, ਪਰ ਬਦੀ ਦਾ ਨਾ ਕੋਈ ਅਸੂਲ ਹੁੰਦਾ ਹੈ ਤੇ ਨਾ ਕੋਈ ਦਾਇਰਾ। ਬਦੀ ਨੂੰ ਬਦੀ ਨਾਲ ਟਕਰਾਉਣ ਲੱਗਿਆਂ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਦੋਵੇਂ ਬੇਅਸੂਲੇ ਹੁੰਦੇ ਹਨ।
ਪਰ ਨੇਕੀ ਦਾ ਬਦੀ ਨਾਲ ਟਕਰਾ ਤਾਂ ਕੁਝ ਸਮੇਂ ਲਈ ਬਦੀ ਨੂੰ ਜਿੱਤ ਵੀ ਪ੍ਰਾਪਤ ਕਰਵਾ ਦਿੰਦਾ ਹੈ। ਜੇ ਨੇਕੀ ਵਾਲੇ ਪਾਸੇ ਦਾ ਇੱਕ ਵੀ ਭੇਤੀ ਆਪਣੇ ਧਰਮ ਈਮਾਨ ਨੂੰ ਵੇਚ ਕੇ ਬਦੀ ਵਾਲੇ ਪਾਸੇ ਚਲਾ ਜਾਵੇ ਤਾਂ ਝੱਟ ਪਾਸਾ ਪੁੱਠਾ ਪੈ ਜਾਂਦਾ ਹੈ। ਸਿੱਖਾਂ ਦੇ ਹਰ ਮੋਰਚੇ ਸਮੇਂ ਇਹੀ ਹੋਇਆ। ਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਵੇ ਪਾਣੀ ਵਾਂਗ ਕੋਈ ਨਾ ਕੋਈ ਲੀਡਰ ਉੱਠਦਾ ਹੈ, ਝੱਟ ਜਾ ਕੇ ਸਮਝੌਤਾ ਕਰ ਲੈਂਦਾ। ਕਹਿੰਦੇ ਹਨ ਖੋਤਾ ਜਿਸ ਵੱਟ ਤੋਂ ਇੱਕ ਵਾਰੀ ਤਿਲਕ ਜਾਵੇ ਸਾਰੀ ਜ਼ਿੰਦਗੀ ਉਸ ਵੱਟ ਤੇ ਪੈਰ ਨਹੀਂ ਰੱਖਦਾ। ਪਰ ਸਿੱਖਾਂ ਦੇ ਲੀਡਰ ਖੋਤਿਆਂ ਨਾਲੋਂ ਵੀ ਕੰਮ ਅਕਲ ਹਨ। ਹਰ ਵਾਰ ਉਸੇ ਹੀ ਵੱਟ ਤੇ ਤੁਰਦੇ ਹਨ ਜਿਸ ਤੋਂ 1947 ਵਿੱਚ ਤਿਲਕੇ ਸਨ। ਹਰ ਵਾਰ ਇਹ ਹਿੰਦੂ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਨਵਾਂ ਹੀ ਚੰਦ ਚਾੜ ਦਿੰਦੇ ਹਨ ਤੇ ਕੌਮ ਰੂਪੀ ਲੁੱਡੋ ਦੀ ਗੋਟੀ ਫੇਰ ਸੱਪ ਦੀ ਪੂਛ ਤੇ ਆ ਜਾਂਦੀ। ਆਪਣੇ ਅਧਿਕਾਰ ਲੈਣੇ, ਆਪਣੇ ਆਪ ਨੂੰ ਆਜ਼ਾਦ ਕਰਵਾਉਣਾ ਤੇ ਖੁਦ ਮੁਖਤਿਆਰ ਬਣਾਉਣ ਲਈ ਜੱਦੋ-ਜਹਿਦ ਕਰਨੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਸੇ ਅਧਿਕਾਰ ਦੀ ਵਰਤੋਂ ਕਰਕੇ ਹੁਣ ਤੱਕ ਦੁਨੀਆ ਦੇ ਸੈਂਕੜੇ ਨਵੇਂ ਮੁਲਕ ਹੋਂਦ ਵਿੱਚ ਆਏ ਹਨ। ਇਕੱਲੇ ਅੰਗਰੇਜ਼ ਦੇ ਰਾਜ ਥੱਲੇ ਹੀ ਇੰਨੇ ਜ਼ਿਆਦਾ ਗੁਲਾਮ ਮੁਲਕ ਸਨ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਡੁੱਬਦਾ। ਉਸ ਥੱਲਿਓਂ ਇੱਕ ਇੱਕ ਕਰਕੇ ਲਗਭਗ ਸਾਰੇ ਦੇਸ਼ ਆਜ਼ਾਦ ਹੋ ਚੁੱਕੇ ਹਨ। ਜਿਸ ਈਸਟ ਇੰਡੀਆ ਕੰਪਨੀ ਨੇ ਵਪਾਰਕ ਅਦਾਰਾ ਹੁੰਦਿਆਂ ਹੋਇਆਂ ਅੰਗਰੇਜ਼ ਰਾਜਨੀਤੀ ਦਾ ਸਿਖਰ ਛੂਹਿਆ ਤੇ ਵੱਡੇ ਵੱਡੇ ਮੁਲਕਾਂ ਨਾਲ ਆਪਣੀਆਂ ਸੰਧੀਆਂ ਵੇਲੇ ਆਪਣੇ ਆਪ ਨੂੰ ਕੰਪਨੀ ਬਹਾਦਰ ਦੇ ਨਾਮ ਨਾਲ ਸੰਬੋਧਨ ਕਰਵਾਇਆ ਹੈ, ਉਹੀ ਈਸਟ ਇੰਡੀਆ ਕੰਪਨੀ 1995 ਵਿੱਚ ਇੱਕ ਭਾਰਤੀ ਕਾਰਪੋਰੇਸ਼ਨ ਦੇ ਹੱਥਾਂ ਵਿੱਚ ਚਲੇ ਗਈ ਹੈ ਤੇ ਇਸ ਦਾ ਪ੍ਰਬੰਧ ਹੁਣ ਨਿਰੋਲ ਭਾਰਤੀ ਹੱਥਾਂ ਵਿੱਚ। ਪੁਰਾਣੀ ਪੀੜ੍ਹੀ ਦੇ ਬੱਚੇ ਖੁੱਚੇ ਅੰਗਰੇਜ਼ ਤੇ ਲਾਰਡ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਈਸਟ ਇੰਡੀਆ ਕੰਪਨੀ ਦੀ ਚੜ੍ਹਤ ਵੇਖੀ ਸੀ, ਹੁਣ ਸ਼ਰਮ ਨਾਲ ਪਾਣੀ ਪਾਣੀ ਹੁੰਦੇ ਹਨ। ਹੁਣ ਕੰਪਨੀ ਦੇ ਰਾਜ ਥੱਲੇ ਸੂਰਜ ਡੁੱਬਣਾ ਤਾਂ ਕਿਤੇ ਰਿਹਾ, ਉਹ ਆਪ ਡੁੱਬ ਚੁੱਕੀ ਹੈ। ਵੱਡੇ ਵੱਡੇ ਵਿਦਵਾਨ ਇਹ ਮੰਨਦੇ ਹਨ ਕਿ ਪਾਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਪਰ ਪਾਪੀ ਦੀ ਬਹੁਤ ਛੋਟੀ। ਕਿਸੇ ਨੂੰ ਗੁਲਾਮ ਬਣਾ ਕੇ ਰੱਖਣਾ ਤੇ ਉਸ ਦੀ ਆਰਥਿਕ ਲੁੱਟ ਕਰਨੀ ਵੀ ਅੱਜ ਦੇ ਸੱਭਿਅਕ ਸਮਾਜ ਵਿੱਚ ਪਾਪ ਕਰਨ ਤੁੱਲ ਹੀ ਹੈ। ਕਿਸੇ ਗੁਲਾਮ ਮੁਲਕ ਦੇ ਵਸਨੀਕ ਨੇ ਆਜ਼ਾਦ ਦੇਸ਼ ਦੇ ਸ਼ਹਿਰੀ ਨੂੰ ਪੁੱਛਿਆ, ਆਜ਼ਾਦੀ ਤੇ ਗੁਲਾਮੀ ਵਿੱਚ ਕਿੰਨਾ ਕੁ ਫਰਕ ਹੈ? ਉਸ ਨੇ ਕਿਹਾ, ਓਨਾ ਹੀ ਜਿੰਨਾ ਨਰਕ ਤੇ ਸਵਰਗ ਵਿੱਚ। ਨਰਕ ਦੇ ਰਾਜੇ ਨਾਲੋਂ ਸਵਰਗ ਦਾ ਨੌਕਰ ਬਣਨਾ ਚੰਗਾ ਹੈ। ਪਰ ਜਿਸ ਕਿਸੇ ਨੇ ਆਜ਼ਾਦੀ ਮਾਣੀ ਹੀ ਨਾ ਹੋਵੇ, ਆਜ਼ਾਦੀ ਵਿੱਚ ਸਾਹ ਹੀ ਨਾ ਲਿਆ ਹੋਵੇ, ਉਸ ਵਾਸਤੇ ਤਾਂ ਆਜ਼ਾਦੀ ਅੰਨ੍ਹੇ ਦੀ ਖੀਰ ਵਰਗੀ ਹੈ। ਇੱਕ ਵਾਰ ਕਿਸੇ ਨੇ ਇੱਕ ਅੰਨ੍ਹੇ ਨੂੰ ਪੁੱਛਿਆ, ਸੂਰਮਾ ਸਿੰਘ ਜੀ ਖੀਰ ਖਾਣੀ ਜੇ? ਅੰਨ੍ਹੇ ਨੇ ਕਿਹਾ, ਮੈਂ ਤਾਂ ਕਦੇ ਖੀਰ ਖਾਧੀ ਨਹੀਂ, ਕਿੱਦਾਂ ਦੀ ਹੁੰਦੀ ਹੈ? ਉਸ ਬੰਦੇ ਨੇ ਕਿਹਾ, ਚਿੱਟੀ ਚਿੱਟੀ ਹੁੰਦੀ ਹੈ। ਹੁਣ ਅੰਨ੍ਹੇ ਵਿਚਾਰੇ ਨੂੰ ਤਾਂ ਚਿੱਟੇ ਰੰਗ ਦਾ ਵੀ ਪਤਾ ਨਹੀਂ ਸੀ। ਇਸ ਲਈ ਉਸ ਬੰਦੇ ਨੇ ਉਹਨੂੰ ਸਮਝਾਉਣ ਲਈ ਕਿਹਾ, ਚਿੱਟੀ ਬਗਲੇ ਵਰਗੀ। ਅੰਨ੍ਹੇ ਨੇ ਕਿਹਾ, ਮੈਂ ਕਿਹੜਾ ਕਦੇ ਬਗਲਾ ਵੇਖਿਆ ਹੈ, ਮੈਨੂੰ ਕੀ ਪਤਾ ਉਹ ਕਿੱਦਾਂ ਦਾ ਹੁੰਦਾ ਹੈ। ਤਾਂ ਉਸ ਬੰਦੇ ਨੇ ਆਪਣਾ ਹੱਥ ਕੂਣੀ ਤੋਂ ਉਤਾਂਹ ਨੂੰ ਖੜਾ ਕਰਕੇ ਪੰਜੇ ਨੂੰ ਬਗਲੇ ਦੀ ਧੌਣ ਤੋਂ ਅੱਗੇ ਬਗਲੇ ਦੇ ਮੂੰਹ ਵਾਂਗ ਮੋੜ ਕੇ ਅੰਨ੍ਹੇ ਦਾ ਹੱਥ ਫੜ ਕੇ ਆਪਣੇ ਹੱਥ ਦੇ ਬਣਾਏ ਹੋਏ ਬਗਲੇ ਦੇ ਆਕਾਰ ਦੇ ਪੋਟਿਆਂ ਤੋਂ ਲੈ ਕੇ ਕੂਣੀ ਤੱਕ ਫੇਰਿਆ। ਅੰਨ੍ਹੇ ਨੇ ਫਟ ਹੱਥ ਪਿਛਾਂਹ ਖਿੱਚ ਲਿਆ ਤੇ ਕਿਹਾ, ਨਾ ਭਰਾਵਾ ਨਾ, ਏਦਾਂ ਦੀ ਖੀਰ ਸੰਗ ਵਿੱਚ ਪਸਾਉਣੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੇ ਆਜ਼ਾਦੀ ਦੇ ਇਸ ਵਿਚਾਰ ਨੂੰ ਮੁੱਢੋਂ ਸੁੱਢੋਂ ਹੀ ਰੱਦ ਕਰ ਦਿੱਤਾ ਹੈ ਤੇ ਕਹਿੰਦੇ ਹਨ ਕਿ ਇਹ ਗੱਲ ਫਾਇਦੇਮੰਦ ਹੀ ਨਹੀਂ। ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਰਹਿੰਦੇ ਸਿੱਖ ਵਿਚਾਰੇ ਤਾਂ ਡਾਇਣ ਦੇ ਕੁੱਛੜ ਮੁੰਡੇ ਵਾਂਗ ਹਨ। ਡਾਇਣ ਜਦੋਂ ਵੀ ਜੀ ਕਰੇ ਆਪਣੇ ਕੁੱਛੜ ਚੁੱਕੇ ਹੋਏ ਮੁੰਡੇ ਦੇ ਸਿਰ ਦੀ ਬੁਰਕੀ ਭਰ ਸਕਦੀ ਹੈ। 1984 ਤੋਂ ਬਾਅਦ ਤਾਂ ਸਿੱਖ ਯਾਰ ਗੁਲਾਮ ਦੇ ਤੌਰ ਤੇ ਹਨ। ਰੱਬ ਨਾ ਕਰੇ ਜੇ ਪੰਜਾਬ ਵਿੱਚ ਕੁਝ ਹਿਲਜੁਲ ਹੋਵੇ ਤਾਂ ਇਸ ਦਾ ਅਸਰ ਬਾਹਰਲੇ ਸਿੱਖਾਂ ਤੇ ਝੱਟ ਪੈਣਾ ਹੈ। ਮੁਲਕ ਤੋਂ ਬਾਹਰ ਦੇ ਸਿੱਖਾਂ ਨੇ ਆਜ਼ਾਦੀ ਦਾ ਨਿੱਘ ਮਾਣਿਆ ਹੈ, ਉਹ ਇਸ ਦੇ ਗੁਣਾਂ ਨੂੰ ਵੀ ਜਾਣਦੇ ਹਨ। ਇਸੇ ਲਈ ਉਹ ਤਰਲੋ ਮੱਛੀ ਹੋ ਰਹੇ ਹਨ ਤੇ ਜੇ ਕੋਈ ਪੰਜਾਬ ਵਿੱਚ ਰਹਿਣ ਵਾਲਾ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰੇ ਤਾਂ ਉਸ ਅੱਗੇ ਉਹ ਡਾਲਰਾਂ ਦੇ ਢੇਰ ਲਾਉਣ ਲਈ ਤਿਆਰ ਹੋ ਜਾਂਦੇ ਹਨ। ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਇਕੱਲੇ ਡਾਲਰ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ। ਕੌਮ ਦੀ ਇੱਛਾ ਸ਼ਕਤੀ ਦਾ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਲੰਬੇ ਸਮੇਂ ਤੋਂ ਗੁਲਾਮ ਰਹਿ ਚੁੱਕੀਆਂ ਕੌਮਾਂ ਆਪਣੀ ਇੱਛਾ ਸ਼ਕਤੀ ਗਵਾ ਬੈਠਦੀਆਂ ਹਨ। ਇਹੋ ਕੁਝ ਪੰਜਾਬ ਵਿੱਚ ਹੋਇਆ ਹੈ।
ਕਿਸੇ ਨੇ ਕਿਹਾ ਵੱਖਰਾ ਮੁਲਕ ਬਣ ਹੀ ਨਹੀਂ ਸਕਦਾ ਕਿਉਂਕਿ ਇਹ ਇਲਾਕਾ ਸਮੁੰਦਰ ਨਾਲ ਨਹੀਂ ਲੱਗਦਾ। ਪਰ ਉਹਨਾਂ ਕਦੇ ਦੁਨੀਆ ਵੱਲ ਧਿਆਨ ਨਹੀਂ ਮਾਰਿਆ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਸਮੁੰਦਰ ਨਹੀਂ ਲੱਗਦਾ। ਹੁਣ ਪਿਛਲੇ 12 ਸਾਲ ਤੋਂ ਚੱਲੇ ਸੰਘਰਸ਼ ਤੋਂ ਬਾਅਦ ਸਿੱਖ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦਾ ਗੁਲਾਮ ਹੋ ਗਿਆ ਹੈ। ਹੁਣ ਤਾਂ ਵੰਦੇ ਮਾਤਰਮ ਕਹੇਗਾ ਤਾਂ ਬਚਿਆ ਰਹੇਗਾ, ਨਹੀਂ ਤਾਂ ਛਿੱਤਰ ਸਹੇਗਾ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਭਾਗ 13ਵਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।